ਇਹ ਲੀਡਰਸ਼ਿਪ ਦੀ ਗਲਤੀ ਹੈ ਜਿਨ੍ਹਾਂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਦਿੱਲੀ ਪੁਲਿਸ ਦੇ ਨਾਲ। ਉਸ ਨੂੰ ਵਾਇਲੇਟ ਉਹਨਾਂ ਨੇ ਕੀਤਾ, ਉਸ ਦੀ ਪਾਲਣਾ नहीं ਕੀਤੀ। ਉਹ ਦੋਸ਼ੀ ਨੇ ਇਹਦੇ ਜਿਹੜੇ ਕਿਸਾਨ ਲੀਡਰ ਨੇ। यही राकेश टिकैत, यही बाकी लोग, यही जोगिंदर यादव दिल्ली में जाएंगे, हमारी परेड साथ साथ चलेगी। ये गल्लां करके इन्हां नूं पता नहीं सी देश का अपमान है, परेड साथ साथ चलेगी। ਦੀਪ ਸਿੱਧੂ ਦੀ ਗੱਲ ਕੀਤੀ ਜਾਵੇ, ਲਗਾਤਾਰ ਉਹ ਕਹਿ ਰਹੇ ਨੇ ਕਿ ਬੀਜੇਪੀ ਦਾ ਸਾਥੀ ਹੈ ਇਹ, ਫੋਟੋਆਂ ਕੱਢ ਕੇ ਸਾਹਮਣੇ ਰੱਖ ਰਹੇ ਨੇ ਕਿ ਆਖਰਕਾਰ ਦੀਪ ਸਿੱਧੂ ਲਾਲ ਕਿਲੇ ਤੇ ਕਿਵੇਂ ਪਹੁੰਚ ਗਿਆ। ਮੇਰੀ ਔਰ ਤੁਹਾਡੀ ਫੋਟੋ ਨਾਲ ਨਾਲ ਆ ਰਹੀ ਹੈ। ਤੁਹਾਡੀ ਤੇ ਮੇਰੀ ਵਿਚਾਰਧਾਰਾ ਇੱਕ ਹੋ ਸਕਦੀ ਹੈ। ਤੁਸੀਂ ਮੇਰੇ ਕਹੇ ਤੋਂ ਕਰ ਦਿਓਗੇ ਲਾਲ ਕਿਲੇ ਚਲੇ ਜਾਓਗੇ, ਜਾਂ ਮੈਂ ਤੁਹਾਡੇ ਕਹੇ ਤੋਂ ਚਲੇ ਜਾਊਂਗਾ। ਇਸ ਕਰਕੇ ਇਹ ਸਰਕਾਰ ਤੇ ਇਦਾਂ ਉਂਗਲ ਨਹੀਂ ਚੱਕਣੀ ਚਾਹੀਦੀ। ਇਹੀ ਜੀ ਕੋਈ ਗੱਲ ਨਹੀਂ ਹੈ। ਦੀਪ ਸਿੱਧੂ ਸਾਡੀ ਵਿਚਾਰਧਾਰਾ ਦਾ ਕਿੱਥੋਂ ਹੋ ਜਾਊਗਾ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ। ਔਰ ਰਾਕੇਸ਼ ਟਿਕੈਤ ਹੁਣ ਕਿਵੇਂ ਰੋਣ ਲੱਗ ਗਿਆ। ਇਹ ਜੋ ਕਹਿੰਦੇ ਮੈਂ ਤਾਂ ਸਰਕਾਰੀ ਸਿਸਟਮ ਨੂੰ ਦੇਖ ਕੇ ਮੇਰਾ ਰੋਣਾ ਨਿਕਲ ਰਿਹਾ। ਬਹੁਤ ਅੱਛਾ, ਬਹੁਤ ਅੱਛਾ। ਇਹ ਕਿਸਾਨ ਲੀਡਰਾਂ ਦਾ ਕੋਈ ਅਨੁਸ਼ਾਸਨ ਹੀ ਨਹੀਂ ਹੈ ਤੇ ਇਸ ਕਰਕੇ ਇਹਨਾਂ ਨੂੰ ਸਿੱਧੀ ਦੇਸ਼ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਦੇਸ਼ ਇਹਨਾਂ ਨੂੰ ਮਾਫ ਨਹੀਂ ਕਰੇਗਾ। ਨਹੀਂ ਤਾਂ ਇਹਨਾਂ ਨੇ ਕਿਸਾਨ ਅੰਦੋਲਨ ਦਾ ਨੁਕਸਾਨ ਕੀਤਾ ਬਹੁਤ ਬੜਾ। ਇਹ ਰਾਜੇਵਾਲ ਦੋਸ਼ੀ ਹੈ, ਦਰਸ਼ਨਪਾਲ ਦੋਸ਼ੀ ਹੈ, ਜੋਗਿੰਦਰ ਯਾਦਵ ਦੋਸ਼ੀ ਹੈ। ਔਰ ਇਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਜਦੋਂ ਇਹ ਨਾਰੇ ਲੱਗ ਰਹੇ ਸੀ ਉੱਥੇ ਕਿ ਉਹਨੂੰ ਤਾਹਿਰ ਹੁਸੈਨ ਨੂੰ ਰਿਹਾ ਕਰੋ, ਉਹ ਟੁਕੜੇ ਗੈਂਗ ਵਾਲੇ ਨੂੰ ਰਿਹਾ ਕਰੋ, ਫੋਟੋ ਲੈ ਕੇ ਹੱਥ 'ਚ। ਭੋਲੇ ਭਾਲੇ ਕਿਸਾਨਾਂ ਨੂੰ ਪਤਾ ਹੀ ਨਹੀਂ ਅਸੀਂ ਕਿਹਦੀਆਂ ਫੋਟੋ ਚੱਕੀਆਂ ਨੇ। ਇਹਨਾਂ ਲੀਡਰਾਂ ਨੇ ਚੁਕਵਾਈਆਂ, ਜੋਗਿੰਦਰ ਸਿੰਘ ਉਗਰਾਹਾਂ ਤੇ ਬਾਕੀ ਲੋਕਾਂ ਨੇ। ਤੇ ਇਹਨਾਂ ਨੂੰ ਵੀ ਮੈਂ ਰਾਜੇਵਾਲ ਜੀ ਨੂੰ ਬੇਨਤੀ ਕਰਦਾ, ਇਹ ਦੇਸ਼ ਭਗਤੀ ਦਾ ਥੋੜੀ ਵੀ ਕਿਣਕਾ ਹੈਗਾ ਤਾਂ ਇਸ ਅੰਦੋਲਨ ਨੂੰ ਰੱਦ ਕਰਨ। ਔਰ ਸਰਕਾਰ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ, ਪਹਿਲਾਂ ਮੰਨ ਚੁੱਕੀ ਹੈ ਸਾਰੀਆਂ। ਔਰ ਜਿਹੜੀ ਜਿੱਦ ਕੀਤੀ ਹੋਈ ਹੈ, ਜਿਹੜਾ ਦੇਸ਼ ਦਾ ਨੁਕਸਾਨ ਇਹਨਾਂ ਨੇ ਕੀਤਾ, ਜਿਹੜਾ ਤਿਰੰਗੇ ਦਾ ਅਪਮਾਨ ਕੀਤਾ, ਜਿਹੜਾ ਦੇਸ਼ ਦਾ ਅਪਮਾਨ ਕੀਤਾ, ਉਹਦੇ ਤੋਂ ਬਚ ਸਕਦੇ ਸੀ ਅਸੀਂ। ਇਹ ਇਹਨਾਂ ਦੀ ਗਲਤ ਦਿਸ਼ਾ ਦੀ ਵਜ੍ਹਾ ਕਰਕੇ, ਲੀਡਰਲੈਸ ਹੋਣ ਦੀ ਵਜ੍ਹਾ ਕਰਕੇ ਹੋਇਆ। ਜਦੋਂ ਇਹਨਾਂ ਦੀ ਸਟੇਜ ਤੋਂ ਇੱਕ ਰਾਤ ਪਹਿਲਾਂ ਆ ਕੇ ਉਹ ਕਬਜ਼ਾ ਕਰਕੇ ਬੋਲ ਰਹੇ ਨੇ, ਉਹ ਵੀ ਇਹਨਾਂ ਦੇ ਵਿੱਚ ਹੀ ਬੈਠਣ ਵਾਲੇ ਆ। ਆਖਰਕਾਰ ਲਾਲ ਕਿਲੇ ਦੀ ਤਾਂ ਆਮ ਦਿਨਾਂ 'ਚ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ। ਸਾਡੇ ਵਰਗਾ ਕੋਈ ਜਾਵੇ ਉੱਥੇ ਐਂਟਰ ਨਹੀਂ ਜਲਦੀ ਹੋ ਸਕਦਾ। ਕਈ ਲੋਕ ਤਾਂ ਇਹ ਕਹਿੰਦੇ ਨੇ ਵੀ ਜਦੋਂ ਉੱਥੇ ਤੁਸੀਂ ਐਂਟਰੀ ਕਰਦੇ ਵੀ ਹੋ ਤਾਂ ਇਸ ਤਰ੍ਹਾਂ ਦੇ ਨਾਲ ਖੁੱਲੇ ਨਹੀਂ ਫਿਰ ਸਕਦੇ। ਵੀ ਉਹਦੇ ਲੋਕ ਇੰਨੇ ਐਂਟਰ ਕਿਵੇਂ ਹੋ ਗਏ। 26 ਜਨਵਰੀ ਦਾ ਦਿਨ ਫੋਰਸਿਸ ਲੱਗੀ ਹੁੰਦੀ ਹੈ ਕਿਉਂਕਿ ਉਹ ਦਿਨਾਂ ਦੇ ਵਿੱਚ ਤਾਂ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਲਾਲ ਕਿਲਾ ਤੇ ਪੂਰੀ ਸਿਕਿਉਰਿਟੀ ਉਹਨਾਂ ਦੀ ਰੱਖੀ ਜਾਂਦੀ ਹੈ। ਵੀ ਉਹਦੇ ਫਿਰ ਉੱਥੇ ਸਿਕਿਉਰਿਟੀ ਹੈ ਨਹੀਂ ਸੀਗੀ ਉਸ ਸਮੇਂ। ਕਿਸਾਨ ਅੰਦੋਲਨ ਨੂੰ ਲੈ ਕੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਅਜੇ ਵੀ ਕਿਸਾਨ ਡਟੇ ਹੋਏ ਨੇ, ਤਾਂ ਲਗਾਤਾਰ ਦੇਖਿਆ ਜਾਵੇ ਹੁਣ ਅਪਡੇਟ ਤੋਂ ਬਾਅਦ ਕਈ ਚੀਜ਼ਾਂ ਨੇ ਜਿਹੜੀਆਂ ਬਦਲਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ। ਕਿਸਾਨ ਅੰਦੋਲਨ ਲਈ ਸਟੇਜ ਤੋਂ ਦੇਖਿਆ ਜਾਵੇ ਸਰਕਾਰ ਨੂੰ ਲਗਾਤਾਰ ਫਿਰ ਤੋਂ ਘੇਰਿਆ ਜਾ ਰਿਹਾ ਕਿ ਜਿਹੜਾ 26 ਜਨਵਰੀ ਵਾਲਾ ਇਨਸੀਡੈਂਟ ਹੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਖੁਦ ਸਰਕਾਰ ਨੇ ਇਹ ਜਿਹੜਾ ਭੂਮਿਕਾ ਨਿਭਾਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਹਰਜੀਤ ਗਰੇਵਾਲ ਸਾਡੇ ਨਾਲ ਹੈਗੇ ਨੇ। ਕਿਉਂਕਿ ਮੀਟਿੰਗਾਂ ਦਾ ਦੌਰ ਵੀ ਅੱਗੇ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ, ਇਹ तमाम ਚੀਜ਼ਾਂ ਅਜੇ ਜਾਣਨ ਵਾਲੀਆਂ ਨੇ। ਕਿਉਂਕਿ ਜਦੋਂ ਦਾ ਇਹ ਪੂਰਾ ਇਨਸੀਡੈਂਟ ਹੋਇਆ, ਮੀਟਿੰਗਾਂ ਨੂੰ ਲੈ ਕੇ ਦੁਬਾਰੇ ਫੇਰ ਗੱਲ ਨਹੀਂ ਸ਼ੁਰੂ ਹੋਈ ਕਿ ਆਖਰਕਾਰ ਮਸਲੇ ਦਾ ਹੱਲ ਕਰਨੀ ਨੂੰ ਕੀ ਸਰਕਾਰ ਵੱਧ ਰਹੀ ਹੈ। ਗਰੇਵਾਲ ਸਾਹਿਬ, ਦੇਖਿਆ ਜਾਵੇ 26 ਜਨਵਰੀ ਨੂੰ ਜੋ ਇਨਸੀਡੈਂਟ ਹੋਇਆ, ਹੁਣ ਕਿਸਾਨ ਜਿਹੜਾ ਸੰਯੁਕਤ ਮੋਰਚੇ ਦੀ ਵੀ ਗੱਲ ਕੀਤੀ ਜਾਵੇ ਜਾਂ ਬਾਕੀ ਵੀ ਕਿਸਾਨ ਆਗੂ ਨੇ, ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਉਹ ਐਸੀ ਠੀਕ ਸੀਗੇ, ਪਰ ਜਿਹੜੀ ਮਾਹੌਲ ਇੱਕੋ ਲਖਤ ਤਣਾਅਪੂਰਨ ਹੋਇਆ ਉਹਦੇ ਵਿੱਚ ਸਰਕਾਰ ਦੀ ਵੀ ਬੜੀ ਵੱਡੀ ਭੂਮਿਕਾ ਹੈ। ਕਿਉਂ ਨਹੀਂ ਰੋਕਿਆ ਗਿਆ ਲਾਲ ਕਿਲੇ ਤੇ ਜਾਣ ਤੋਂ ਲੋਕਾਂ ਨੂੰ। ਇਸ ਤਰ੍ਹਾਂ ਮੈਂ ਇਸ ਮਾਮਲੇ 'ਚ ਮੋਦੀ ਜੀ ਨੂੰ ਔਰ ਅਮਿਤ ਸ਼ਾਹ ਜੀ ਨੂੰ ਸਲੂਟ ਕਰਦਾ ਔਰ ਦਿੱਲੀ ਪੁਲਿਸ ਨੂੰ। ਦਿੱਲੀ ਪੁਲਿਸ ਡਿਸਿਪਲਿਨ 'ਚ ਸੀ, ਅਸਲਾ ਵੀ ਸੀ ਉਹਨਾਂ ਕੋਲ, ਹਥਿਆਰ ਵੀ ਸੀਗੇ, ਲਾਠੀ ਡੰਡੇ ਵੀ ਸੀ, ਪਰ ਉਹਨਾਂ ਨੂੰ ਆਦੇਸ਼ ਨਹੀਂ ਸੀ ਕਿ ਤੁਸੀਂ ਇਹਦਾ ਇਸਤੇਮਾਲ ਕਰਨਾ। ਕਿਉਂਕਿ ਅਮਿਤ ਸ਼ਾਹ ਜੀ ਨਹੀਂ ਚਾਹੁੰਦੇ ਸੀ ਔਰ ਸਾਡੀ ਸਰਕਾਰ ਨਹੀਂ ਚਾਹੁੰਦੀ ਸੀ ਕਿ ਭੋਲੇ ਭਾਲੇ ਕਿਸਾਨਾਂ 'ਤੇ ਜਿਨ੍ਹਾਂ ਨੂੰ ਇਹਨਾਂ ਨੇ ਗੁੰਮਰਾਹ ਕਰ ਲਿਆ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣਗੇ, ਤੇ ਉਹ ਉਸ ਸਿਲਸਿਲੇ ਦੇ ਅੰਦਰ ਇਹਨਾਂ ਤੋਂ ਗੁੰਮਰਾਹ ਹੋ ਕੇ ਚਲੇ ਗਏ। ਇਹ ਲੀਡਰਸ਼ਿਪ ਦੀ ਗਲਤੀ ਹੈ ਜਿਨ੍ਹਾਂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਦਿੱਲੀ ਪੁਲਿਸ ਦੇ ਨਾਲ। ਉਸ ਨੂੰ ਵਾਇਲੇਟ ਉਹਨਾਂ ਨੇ ਕੀਤਾ, ਉਸ ਦੀ ਪਾਲਣਾ ਨਹੀਂ ਕੀਤੀ। ਉਹ ਦੋਸ਼ੀ ਨੇ ਇਹਦੇ ਜਿਹੜੇ ਕਿਸਾਨ ਲੀਡਰ ਨੇ। ਔਰ ਦਿੱਲੀ ਪੁਲਿਸ ਨੇ ਔਰ ਬਾਕੀ ਏਜੰਸੀਆਂ ਨੇ ਉਹਨਾਂ ਨੂੰ ਇਨਫੋਰਮ ਵੀ ਕੀਤਾ ਕਿ ਖਾਲਿਸਤਾਨੀ ਏਜੰਡਾ ਵੀ ਇਹਦੇ 'ਚ ਆ ਗਿਆ ਤੇ ਮਾਓਵਾਦੀ ਵੀ ਆ ਗਏ ਨੇ। ਮਾਓਵਾਦੀ ਤਾਂ ਖੁਦ ਹੀ ਨੇ ਜਿਹੜੇ ਕਈ ਬੈਠੇ ਆ, ਠੀਕ ਹੈ, ਤੇ ਇਹ ਗੜਬੜ ਕਰਵਾ ਸਕਦੇ ਆ ਤੇ ਤੁਸੀਂ ਇਸ ਤੋਂ ਸਾਵਧਾਨ ਰਹੋ। ਤੇ ਜੇ ਤੁਸੀਂ ਪਹਿਲੀ ਗੱਲ ਤਾਂ ਉਹਨਾਂ ਨੂੰ 26 ਜਨਵਰੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। यही राकेश टिकैत, यही बाकी लोग, यही जोगिंदर यादव दिल्ली में जाएंगे, हमारी परेड साथ साथ चलेगी। ये गल्लां करके इन्हां नूं पता नहीं सी देश का अपमान है, परेड साथ साथ चलेगी। सेना का अपमान कर रहे हैं, तिरंगे का अपमान कर रहे हैं, तो ये इन्हां दी जिम्मेदारी सी। और इन्हां दे विचों ही लोग गए ने, इन्हां दी स्टेज तो ही सारी योजना बनी है कि इन्हां नूं सवेर नूं निरस्त कर देना चाहिए कि असीं नहीं जाना, ये काम नहीं करना। ये राजेवाल जी की सब की भूमिका विच है।
ਪਰ ਸਰ ਉਹ ਤਾਂ ਦੇਖਿਆ ਜਾਵੇ ਜਦੋਂ ਉਸ ਤੋਂ ਬਾਅਦ ਮੀਟਿੰਗ ਹੁੰਦੀ ਆ ਉਹਨਾਂ ਨੇ ਇਸ ਚੀਜ਼ ਦਾ ਪੂਰਾ ਖੰਡਨ ਵੀ ਕਰਿਆ ਵੀ ਐ ਨਹੀਂ ਹੋਣਾ ਚਾਹੀਦਾ ਸੀਗਾ। ਜ਼ਿੰਮੇਵਾਰੀ ਕੱਲ ਸੰਯੁਕਤ ਮੋਰਚੇ ਨੇ ਲਈ ਇਸ ਚੀਜ਼ ਦੀ ਕਿ ਜਿਹੜਾ ਜਦੋਂ ਇਹ ਗਏ ਨੇ ਤਾਂ ਹੁਣ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ, ਲਗਾਤਾਰ ਉਹ ਕਹਿ ਰਹੇ ਨੇ ਕਿ ਬੀਜੇਪੀ ਦਾ ਸਾਥੀ ਹੈ ਇਹ, ਫੋਟੋਆਂ ਕੱਢ ਕੇ ਸਾਹਮਣੇ ਰੱਖ ਰਹੇ ਨੇ ਕਿ ਆਖਰਕਾਰ ਦੀਪ ਸਿੱਧੂ ਲਾਲ ਕਿਲੇ ਤੇ ਕਿਵੇਂ ਪਹੁੰਚ ਗਿਆ। ਮੇਰੀ ਔਰ ਤੁਹਾਡੀ ਫੋਟੋ ਨਾਲ ਨਾਲ ਆ ਰਹੀ ਹੈ, ਤੁਹਾਡੀ ਤੇ ਮੇਰੀ ਵਿਚਾਰਧਾਰਾ ਇੱਕ ਹੋ ਸਕਦੀ ਹੈ। ਤੁਸੀਂ ਮੇਰੇ ਕਹੇ ਤੋਂ ਕਰ ਦਿਓਗੇ ਲਾਲ ਕਿਲੇ ਚਲੇ ਜਾਓਗੇ ਜਾਂ ਮੈਂ ਤੁਹਾਡੇ ਕਹੇ ਤੋਂ ਚਲੇ ਜਾਊਂਗਾ। ਇਸ ਕਰਕੇ ਇਹ ਸਰਕਾਰ ਤੇ ਇਦਾਂ ਉਂਗਲ ਨਹੀਂ ਚੱਕਣੀ ਚਾਹੀਦੀ, ਇਹੀ ਜੀ ਕੋਈ ਗੱਲ ਨਹੀਂ ਹੈ। ਔਰ ਦੂਸਰੀ ਗੱਲ, ਦੀਪ ਸਿੱਧੂ ਸਾਡੀ ਵਿਚਾਰਧਾਰਾ ਦਾ ਕਿੱਥੋਂ ਹੋ ਜਾਊਗਾ? ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਉਹ ਦੀਪ ਸਿੱਧੂ, ਹੁਣ ਦੇਖੋ ਕਿੰਨਾ ਕੁ ਚਿਹਰਾ ਹੋਇਆ ਔਰ ਦੇਸ਼ ਨੇ ਸਾਰੇ ਨੇ ਇਹਨਾਂ ਨੂੰ ਰਿਜੈਕਟ ਕਰਤਾ। ਔਰ ਕਿਸਾਨ ਲੀਡਰਾਂ ਨੂੰ ਸਿੱਧੇ ਸਿੱਧੇ ਦੇਸ਼ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ, ਐਕਸਕਿਊਜ਼ ਨਹੀਂ ਕਰਨੀ ਚਾਹੀਦੀ। ਔਰ ਜਿਹੜੇ ਲੋਕ ਕਾਂਗਰਸ ਦੇ MLA MP ਔਰ ਆਮ ਆਦਮੀ ਪਾਰਟੀ ਦੇ ਔਰ ਅਕਾਲੀ ਦਲ ਦੇ ਟਰੈਕਟਰ ਲੈ ਕੇ ਉੱਥੇ ਗਏ ਨੇ, ਅਗਰ ਕਿਸੇ ਸਭਾ 'ਚ ਮੈਂ ਜਾਣਾ, ਮੇਰੀ ਜ਼ਿੰਮੇਵਾਰੀ ਅਗਰ ਉਹ ਗਲਤ ਦਿਸ਼ਾ ਨੂੰ ਜਾ ਰਹੀ ਹੈ ਕਿ ਮੈਂ ਉਸ ਨੂੰ ਆਪਣੇ ਆਪ ਨੂੰ ਉਸ ਤੋਂ ਅਲੱਗ ਥਲੱਗ ਕਰਾਂ, ਉਸ ਦੀ ਨਿੰਦਾ ਕਰਾਂ। ਇਹ ਦੇਸ਼ ਦਾ ਅਪਮਾਨ ਹੈ, ਕਿਸੇ ਸਰਕਾਰ ਦਾ ਅਪਮਾਨ ਨਹੀਂ ਹੈ। ਦੇਸ਼ 135 ਕਰੋੜ ਲੋਕਾਂ ਦਾ, ਕਿਸੇ ਸਰਕਾਰਾਂ ਦਾ ਨਹੀਂ ਹੈ। ਇਸ ਕਰਕੇ ਉਸ ਨੂੰ ਠੀਕ ਰੱਖਣਾ, ਉਸ ਦੀ ਆਨ ਸ਼ਾਨ ਨੂੰ ਕਾਇਮ ਰੱਖਣਾ ਔਰ ਉਸ 'ਤੇ ਵਿਸ਼ਵਾਸ ਕਰਨਾ ਤੇ ਉਹ ਉਸ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਹਨਾਂ ਨੇ 135 ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਕਰਕੇ ਉਹਦਾ ਦੋਸ਼ ਮੰਨਣਾ ਚਾਹੀਦਾ ਔਰ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੋਸ਼ੀ ਨੇ। ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਰਾਹੁਲ ਗਾਂਧੀ ਔਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਦੂਸਰੇ ਲੀਡਰ ਕਰ ਰਹੇ ਨੇ, ਕੀ ਇਹ ਸ਼ੋਭਾ ਦਿੰਦੀ ਹੈ? ਔਰ ਰਕੇਸ਼ ਟਕੈਤ ਹੁਣ ਕਿਵੇਂ ਰੋਣ ਲੱਗ ਗਿਆ? ਇਹ ਜੋ ਕਹਿੰਦੇ ਮੈਂ ਤਾਂ ਸਰਕਾਰੀ ਸਿਸਟਮ ਨੂੰ ਦੇਖ ਕੇ ਮੇਰਾ ਰੋਣਾ ਨਿਕਲ ਰਿਹਾ। ਬਹੁਤ ਅੱਛਾ, ਬਹੁਤ ਅੱਛਾ। ਉਹ ਤਾਂ ਕਹਿੰਦੇ ਵੀ ਸਿਸਟਮ ਇਸ ਤਰ੍ਹਾਂ ਦਾ ਬਣਾਤਾ, ਜਿਵੇਂ ਹੁਣ ਉਹਨਾਂ ਨੇ ਕੱਲ ਕਿਹਾ ਕਿ ਮੈਂ ਗ੍ਰਿਫਤਾਰੀ ਦੇਣ ਜਾ ਰਿਹਾ ਸੀ, ਪਰ ਜਦੋਂ ਮੈंने ਦੇਖਿਆ ਕਿ ਉੱਥੇ ਜਿਹੜੇ ਲੋਕ ਹੋਰ ਆ ਗਏ ਬੀਜੇਪੀ ਦੇ ਲੀਡਰਾਂ ਦਾ, ਉਹਨਾਂ ਨੇ ਨਾਮ ਲਿਆ, ਵੀ ਉਦੋਂ ਬਾਅਦ ਫਿਰ ਮੈंने ਆਪਦਾ ਫੈਸਲਾ ਬਦਲਿਆ ਗਿਆ, ਨਹੀਂ ਮੈਂ ਤਾਂ ਹਟਾ ਰਿਹਾ ਸੀਗਾ। ਇਸ ਤਰ੍ਹਾਂ ਉਹਦੀਆਂ ਗੱਲਾਂ ਨੇ, ਜੇ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ, ਹੁਣ ਨਹੀਂ ਘੱਟੋ ਘੱਟ ਕਰਨਾ ਚਾਹੀਦਾ। ਦੇਸ਼ ਦੇ ਲੋਕ ਤਾਂ ਨਹੀਂ ਕਰਨਗੇ, ਮੀਡੀਆ ਦਾ ਕੁਝ ਵਰਕ ਕਰ ਲੇ ਤਾਂ ਮੈਨੂੰ ਪਤਾ ਨਹੀਂ, ਪਰ ਮੀਡੀਆ ਦੀ ਵੀ ਇੱਕ ਆਪਣੀ ਭੂਮਿਕਾ ਹੁੰਦੀ ਹੈ ਤੇ ਉਹ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਮੀਡੀਆ ਨੇ ਕੀਤਾ, ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਦੀ ਸਾਜ਼ਿਸ਼ ਸੀ ਇਹਨਾਂ ਲੋਕਾਂ ਦੀ। ਸ਼ਸ਼ੀ ਥਰੂਰ ਔਰ ਉਹ ਸਰਦਸਾਈ ਜਿਹੜੇ ਤੁਹਾਡੇ ਮੀਡੀਆ ਦੇ ਨੇ, ਉਹਨਾਂ ਨੇ ਕੀ ਕੀਤਾ? ਕਿਸਾਨ ਦੇ ਗੋਲੀ ਮਾਰਤੀ, ਕਿਸਾਨ ਦੇ ਗੋਲੀ ਮਾਰਤੀ। ਅਰੇ ਭਾਈ, ਤੁਹਾਡੀ ਮਨਸ਼ਾ ਸਾਫ਼ ਹੋ ਗਈ ਉਹਦੇ ਨਾਲ, ਤੁਸੀਂ ਅਫਵਾਹ ਫੈਲਾ ਰਹੇ ਹੋ। ਉੱਥੇ ਧਰਨਾ ਦੇਣ ਲੱਗ ਗਏ, ਉੱਥੇ ਭਾਸ਼ਣ ਕਰਨ ਲੱਗ ਗਏ, ਉੱਥੇ ਇਹ ਗੱਲਾਂ ਕਰਨ ਲੱਗ ਗਏ। ਉਹ ਕਿਸਾਨ, ਮੈਨੂੰ ਅਫਸੋਸ ਆ ਉਹਦੀ ਮੌਤ 'ਤੇ ਵੀ। ਅਸੀਂ ਸਾਡੇ ਦੇਸ਼ ਵਾਸੀ ਨੇ ਸਾਰੇ, ਭਗਵਾਨ ਉਹਨਾਂ ਨੂੰ ਸਦਬੁੱਧੀ ਦੇਵੇ ਪਰਮਾਤਮਾ। ਤੇ ਉਹ ਜਦੋਂ ਆ ਰਿਹਾ, ਉਹਨੇ ਬੈਰੀਕੇਡ 'ਚ ਮਾਰਿਆ, ਬੈਰੀਕੇਡ 'ਤੇ ਟਰੈਕਟਰ ਪਲਟੀ ਖਾ ਗਿਆ ਤੇ ਉਹਦੀ ਡੈਥ ਹੋ ਗਈ। ਬਾਅਦ ਜਦੋਂ ਪਤਾ ਚੱਲਿਆ ਕਿ ਗੋਲੀ ਨਹੀਂ ਲੱਗੀ, ਕੁਝ ਨਹੀਂ ਲੱਗਿਆ, ਔਰ 4 ਘੰਟੇ ਹੀ ਪ੍ਰਚਾਰ ਪ੍ਰਸਾਰ ਕਰਦੇ ਰਹੇ ਔਰ ਉੱਥੇ ਲਾਠੀ ਡੰਡੇ ਦਿੱਲੀ ਪੁਲਿਸ ਵਾਲਿਆਂ ਦੇ ਚਲਵਾਤੇ ਇਹਨਾਂ ਨੇ। ਇਹ ਦੋਸ਼ੀ ਨੇ, ਸ਼ਸ਼ੀ ਥਰੂਰ ਵੀ, ਇਹ ਵੀ ਪੋਲੀਟੀਕਲ ਪਾਰਟੀਆਂ ਦੇ ਲੋਕ, ਮੀਡੀਆ ਦੇ ਲੋਕ। ਔਰ ਉਸ ਤੋਂ ਬਾਅਦ ਚੁੱਪ ਕੀਤੇ ਨੇ ਤੇ ਇਹ ਚਾਹੁੰਦੇ ਸੀ ਦੰਗਾ ਕਰਾਉਣਾ। ਉਹ ਮਨਸ਼ਾ ਇਹਨਾਂ ਦੀ ਪੂਰੀ ਨਹੀਂ ਹੋਈ। ਸਰਕਾਰ ਨੇ ਦਿੱਲੀ ਪੁਲਿਸ ਦੇ 290 ਤੋਂ ਵੀ ਵੱਧ ਜਵਾਨ ਜਿਹੜੇ ਜ਼ਖਮੀ ਹੋ ਗਏ ਔਰ ਕਿਸ ਤਰ੍ਹਾਂ 20-25 ਫੁੱਟ ਤੋਂ ਗਿਰ ਰਹੇ ਨੇ ਨੀਚੇ ਆਪਣੀ ਜਾਨ ਬਚਾਉਣ ਲਈ। ਕੋਈ ਆਸਾਨੀ ਨਾਲ ਗਿਰ ਜੂਗਾ, ਮਾਰ ਦੂਗਾ 20-25 ਫੁੱਟ ਤੋਂ ਛਾਲ। ਲਾਲ ਕਿਲ੍ਹੇ ਤੇ ਦੇਖਿਆ ਤੁਸੀਂ ਦੁਬਾਰਾ ਤੋਂ, ਮੀਡੀਆ ਨੇ ਦਿਖਾਇਆ। ਤੇ ਉਹ ਗਿਰ ਰਹੇ ਨੇ ਔਰ ਉਹਦੀ ਅੱਜ ਵੀ ਕੋਈ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਕਿ ਉਹਨਾਂ ਨੇ ਉਸ ਦੇ ਬਾਅਦ ਵੀ ਡਿਸਪਲਿਨ ਦਾ ਪਾਲਣ ਕੀਤਾ, ਅਨੁਸ਼ਾਸਨ ਦਾ। ਇਹ ਕਿਸਾਨ ਲੀਡਰਾਂ ਦਾ ਕੋਈ ਅਨੁਸ਼ਾਸਨ ਹੀ ਨਹੀਂ ਹੈ ਤੇ ਇਸ ਕਰਕੇ ਇਹਨਾਂ ਨੂੰ ਸਿੱਧੀ ਦੇਸ਼ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਦੇਸ਼ ਇਹਨਾਂ ਨੂੰ ਮਾਫ ਨਹੀਂ ਕਰੇਗਾ, ਨਹੀਂ ਤਾਂ ਇਹਨਾਂ ਨੇ ਕਿਸਾਨ ਅੰਦੋਲਨ ਦਾ ਨੁਕਸਾਨ ਕੀਤਾ ਬਹੁਤ ਬੜਾ। ਇਹ ਰਾਜੇਵਾਲ ਦੋਸ਼ੀ ਹੈ, ਦਰਸ਼ਨਪਾਲ ਦੋਸ਼ੀ ਹੈ, ਜੋਗਿੰਦਰ ਯਾਦਵ ਦੋਸ਼ੀ ਹੈ ਔਰ ਇਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ, ਜਦੋਂ ਇਹ ਨਾਅਰੇ ਲੱਗ ਰਹੇ ਸੀ ਉੱਥੇ ਕਿ ਉਹਨੂੰ ਤਾਹਿਰ ਹੁਸੈਨ ਨੂੰ ਰਿਹਾ ਕਰੋ, ਉਹ ਟੁਕੜੇ ਗੈਂਗ ਵਾਲੇ ਨੂੰ ਰਿਹਾ ਕਰੋ, ਫੋਟੋ ਲੈ ਕੇ ਹੱਥ 'ਚ। ਭੋਲੇ ਭਾਲੇ ਕਿਸਾਨਾਂ ਨੂੰ ਪਤਾ ਹੀ ਨਹੀਂ ਅਸੀਂ ਕਿਹਦੀਆਂ ਫੋਟੋ ਚੱਕੀਆਂ ਨੇ, ਇਹਨਾਂ ਲੀਡਰਾਂ ਨੇ ਚਕਵਾਈਆਂ, ਜੋਗਿੰਦਰ ਸਿੰਘ ਉਗਰਾਹਾਂ ਤੇ ਬਾਕੀ ਲੋਕਾਂ ਨੇ। ਜਦੋਂ ਪੁੱਛਿਆ ਜਾ ਕੇ ਵੀ ਭਾਈ ਇਹ ਤਾਹਿਰ ਹੁਸੈਨ ਦੇ ਛੱਡਣ ਨਾਲ ਜਿਹੜਾ ਦਿੱਲੀ ਦੰਗਿਆਂ ਦਾ ਦੋਸ਼ੀ ਹੈ, ਜਿਹਨੇ ਦੰਗੇ ਕਰਵਾਏ ਨੇ, ਕੀ ਲਾਭ ਹੋਊ ਤੁਹਾਡਾ? ਤੇ ਉਹਨਾਂ ਨੇ ਕੀ ਕਿਹਾ? ਇਹ ਸਾਡੀ ਵਿਚਾਰਧਾਰਾ। ਜੇ ਵਿਚਾਰ ਗਰੇਵਾਲ ਸਾਹਿਬ, ਜਿਹੜਾ ਰਾਜਪਾਲ ਨੇ ਤਾਂ ਬਾਰੀ ਸਪੀਚ ਉਹਨਾਂ ਦੀ ਰਿਕਾਰਡ ਵੀ ਪਈ ਆ, ਬਾਰੀ ਸਪੀਚ ਕਰ ਰਹੇ ਸੀਗੇ ਕਿ ਆਪਾਂ ਨੇ ਪੂਰੇ ਜਾਬਤੇ 'ਚ ਰਹਿ ਕੇ ਜਾਣਾ। ਉਹਨਾਂ ਨੇ ਸਗੋਂ ਦੂਸਰੇ ਦਿਨ ਜਿਹੜੀ ਆਪਦੀ ਬੇਇੱਜ਼ਤੀ ਦੱਸੀ ਵੀ, ਕਹਿੰਦੇ ਅਸੀਂ ਤਾਂ ਅੱਗੇ ਹੋ ਕੇ ਲੀਡ ਕਰਨਾ ਸੀ, ਪਰ ਸਾਨੂੰ ਤਾਂ ਪਤਾ ਲੱਗਿਆ, ਜਿਹੜੇ ਜਿਵੇਂ ਦੀਪ ਸਿੱਧੂ ਹੋਰਾਂ ਤੇ ਗਿਆ ਇਹਨਾਂ ਨੇ, ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਲੱਗਿਆ ਕਿ ਉਦੋਂ ਨੂੰ ਚੱਲ ਪਏ, ਅਸੀਂ ਤਾਂ ਉਹ ਸਭ ਮੂਹਰੇ ਅਗਵਾਈ ਵੀ ਨਹੀਂ ਕਰ ਸਕੇ ਉਸ ਚੀਜ਼। ਅਰੇ ਭਾਈ, ਕੰਟਰੋਲ ਨਹੀਂ ਰੱਖ ਸਕਦੇ ਸੀ ਅਸੀਂ ਹਮੇਸ਼ਾ ਕਹਿੰਦੇ ਨਹੀਂ ਸੀ ਕਿ ਇਹ ਲੀਡਰਲੈਸ ਆ, ਇਹ ਦਿਸ਼ਾਹੀਨ ਆ, ਡਾਇਰੈਕਸ਼ਨਲੈਸ ਆ। ਉਸ ਵੇਲੇ ਰਾਜੇਵਾਲ ਜੀ ਨੂੰ ਸਮਝ ਨਹੀਂ ਆਈ ਗੱਲ, ਇਹਨਾਂ ਦੀ ਲੀਡਰਸ਼ਿਪ ਹੈ ਹੀ ਨਹੀਂ ਔਰ ਇਹ ਐਕਸਕਿਊਜ਼ ਕਰਦੇ ਆ। ਇਹ ਦੋਸ਼ੀ ਨੇ ਇਸ ਚੀਜ਼ ਦੇ ਕਿ ਲੋਕਾਂ ਨੂੰ ਭੜਕਾ ਕੇ ਇੱਥੋਂ ਗਲਤ ਸਿਖਾ ਕੇ ਲੈ ਗਏ ਨੇ, ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਜਾਊਗਾ, ਕਿਸੇ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਨਹੀਂ ਹੋਣਾ। ਮੈਂ ਦਾਅਵੇ ਨਾਲ ਕਹਿ ਸਕਦਾ
ਔਰ ਉਹ ਵਿਚਾਰੇ ਜਦੋਂ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਗੱਲ ਕਰਨਗੇ ਤਾਂ ਉਹ ਗੁੱਸੇ 'ਚ ਆ ਕੇ ਆਮ ਸਧਾਰਨ ਕਿਸਾਨ ਪਹੁੰਚ ਗਿਆ, ਉਹਨਾਂ ਦਾ ਨੁਕਸਾਨ ਕਰ ਰਹੇ ਆ, ਇਹ ਦੇਸ਼ ਦਾ ਨੁਕਸਾਨ ਕਰ ਰਹੇ ਆ। ਹੁਣ ਤਾਂ ਦੇਸ਼ ਦਾ ਅਪਮਾਨ ਕੀਤਾ ਇਹਨਾਂ ਨੇ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਿੱਧੀ ਸਿੱਧੀ, ਆ ਪੋਲੀਟੀਕਲ ਲੋਕਾਂ ਨੂੰ, ਪਾਰਟੀਆਂ ਨੂੰ, ਨਹੀਂ ਤਾਂ ਲੋਕ ਇਹਨਾਂ ਨੂੰ ਅਲੱਗ ਥਲੱਗ ਕਰ ਦੇਣਗੇ, ਅੱਗੇ ਸਬਕ ਦੇਣਗੇ। ਤੁਹਾਨੂੰ ਮੈਂ ਅੱਜ ਦੱਸ ਦਿੰਦਾ, ਜਨਤਾ ਜਿਹੜੀ ਹੈ ਹਰਿਆਣਾ ਦੇ ਲੋਕ ਬੜੇ ਦੇਸ਼ ਭਗਤ ਨੇ, ਔਰ ਸਭ ਜਗ੍ਹਾ ਹੀ ਦੇਸ਼ ਭਗਤ ਨੇ, ਪੰਜਾਬ ਦੇ ਲੋਕ ਵੀ ਨੇ, ਇਹਨਾਂ ਨੂੰ ਨਕਾਰ ਦੇਣਗੇ ਸਾਰੇ। ਔਰ ਇਹਨਾਂ ਨੂੰ ਜਦੋਂ ਮਹਾਤਮਾ ਗਾਂਧੀ ਜੀ ਦਾ ਅੰਦੋਲਨ ਕਦੇ ਹਿੰਸਕ ਹੁੰਦਾ ਸੀ, ਉਹ ਉਸੇ ਵੇਲੇ ਅੰਦੋਲਨ ਨੂੰ ਨਿਰਸਤ ਕਰ ਦਿੰਦੇ ਸੀ, ਰੱਦ ਕਰਦੇ ਸੀ। ਤੇ ਇਹਨਾਂ ਨੂੰ ਵੀ ਮੈਂ ਰਾਜੇਵਾਲ ਜੀ ਨੂੰ ਬੇਨਤੀ ਕਰਦਾ, ਇਹ ਦੇਸ਼ ਭਗਤੀ ਦਾ ਥੋੜ੍ਹੀ ਵੀ ਕਿਣਕਾ ਹੈਗਾ ਤਾਂ ਇਸ ਅੰਦੋਲਨ ਨੂੰ ਰੱਦ ਕਰਨ। ਔਰ ਸਰਕਾਰ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ, ਪਹਿਲਾਂ ਮੰਨ ਚੁੱਕੀ ਹੈ ਸਾਰੀਆਂ। ਔਰ ਜਿਹੜੀ ਜਿੱਦ ਕੀਤੀ ਹੋਈ ਆ, ਜਿਹੜਾ ਦੇਸ਼ ਦਾ ਨੁਕਸਾਨ ਇਹਨਾਂ ਨੇ ਕੀਤਾ, ਜਿਹੜਾ ਤਿਰੰਗੇ ਦਾ ਅਪਮਾਨ ਕੀਤਾ, ਜਿਹੜਾ ਦੇਸ਼ ਦਾ ਅਪਮਾਨ ਕੀਤਾ, ਉਹਦੇ ਤੋਂ ਬਚ ਸਕਦੇ ਸੀ ਅਸੀਂ। ਇਹ ਇਹਨਾਂ ਦੀ ਗਲਤ ਦਿਸ਼ਾ ਦੀ ਵਜ੍ਹਾ ਕਰਕੇ, ਲੀਡਰਲੈਸ ਹੋਣ ਦੀ ਵਜ੍ਹਾ ਕਰਕੇ ਹੋਇਆ। ਜਦੋਂ ਇਹਨਾਂ ਦੀ ਸਟੇਜ ਤੋਂ ਇੱਕ ਰਾਤ ਪਹਿਲਾਂ ਆ ਕੇ ਉਹ ਕਬਜ਼ਾ ਕਰਕੇ ਬੋਲ ਰਹੇ ਨੇ, ਉਹ ਵੀ ਇਹਨਾਂ ਦੇ ਵਿੱਚ ਹੀ ਬੈਠਣ ਵਾਲੇ ਆ, ਇਹਨਾਂ ਦੇ ਹੀ ਲੋਕ ਨੇ ਉਹ ਵੀ। ਇਹ ਤਾਂ ਹੁਣ ਖਾਮਖਾਹ ਦੀਆਂ ਗੱਲਾਂ ਕਰਦੇ ਨੇ ਆਪਣੀ ਫੇਸ ਬਚਾਉਣ ਦੇ ਲਈ। ਪਰ ਇੱਕ ਗਰੇਵਾਲ ਸਾਹਿਬ ਹੋਰ ਚੀਜ਼ ਦੱਸੋ, ਜਿਹੜੀ ਲੋਕਾਂ 'ਚ ਵੀ ਲਗਾਤਾਰ ਚੱਲ ਰਹੀ ਹੈ ਕਿ ਆਖਰਕਾਰ ਲਾਲ ਕਿਲੇ ਦੀ ਤਾਂ ਆਮ ਦਿਨਾਂ 'ਚ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ, ਸਾਡੇ ਵਰਗਾ ਕੋਈ ਜਾਵੇ ਉੱਥੇ ਐਂਟਰ ਨਹੀਂ ਜਲਦੀ ਹੋ ਸਕਦਾ। ਕਈ ਲੋਕ ਤਾਂ ਇਹ ਕਹਿੰਦੇ ਨੇ ਵੀ ਜਦੋਂ ਉੱਥੇ ਤੁਸੀਂ ਐਂਟਰੀ ਕਰਦੇ ਵੀ ਹੋ ਤਾਂ ਇਸ ਤਰ੍ਹਾਂ ਦੇ ਨਾਲ ਖੁੱਲ੍ਹੇ ਨਹੀਂ ਫਿਰ ਸਕਦੇ, ਵੀ ਉਹਦੇ ਲੋਕ ਇੰਨੇ ਐਂਟਰ ਕਿਵੇਂ ਹੋ ਗਏ? 26 ਜਨਵਰੀ ਦਾ ਦਿਨ ਫੋਰਸਿਸ ਲੱਗੀ ਹੁੰਦੀ ਹੈ, ਕਿਉਂਕਿ ਉਹ ਦਿਨਾਂ ਦੇ ਵਿੱਚ ਤਾਂ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਲਾਲ ਕਿਲਾ, ਤੇ ਪੂਰੀ ਸਿਕਿਉਰਿਟੀ ਉਹਨਾਂ ਦੀ ਰੱਖੀ ਜਾਂਦੀ ਹੈ, ਵੀ ਉਹਦੇ ਫਿਰ ਉੱਥੇ ਸਿਕਿਉਰਿਟੀ ਹੈ ਨਹੀਂ ਸੀਗੀ ਉਸ ਸਮੇਂ। ITO 'ਚ ਕਿੱਦਾਂ ਜਾ ਵੜੇ ਜੀ? ITO ਤਾਂ ਪੁਲਿਸ ਹੈੱਡਕੁਆਟਰ ਆ, ਉਹਦੇ 'ਚ ਕਿੱਦਾਂ ਜਾ ਵੜੇ? ਉੱਥੇ ਕਿਵੇਂ ਮਾਰ ਰਹੇ ਆ ਟਰੈਕਟਰ ਬੱਸਾਂ 'ਚ, ਕਿਵੇਂ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰ ਰਹੇ ਆ, ਜਿਹੜੇ ਰਸਤੇ ਰੋਕਣ ਵਾਸਤੇ ਲਗਾਏ ਹੋਏ ਸੀ ਉਹਨਾਂ ਨੂੰ ਕਿੱਦਾਂ ਤੋੜ ਰਹੇ ਸੀ? ਜਾਂ ਤਾਂ ਫਿਰ ਗੋਲੀ ਚਲਾ ਦਿੰਦੇ ਤਾਂ ਤੁਸੀਂ ਅੱਜ ਮੈਨੂੰ ਪੁੱਛਣਾ ਸੀ ਬਈ BJP ਨੇ ਵੀ ਕਤਲੇਆਮ ਕਰਤਾ, ਮੋਦੀ ਜੀ ਨੇ ਕਤਲੇਆਮ ਕਰਤਾ, ਇਸ ਲਈ ਤਾਂ ਮੋਦੀ ਜੀ ਨੂੰ ਸਲੂਟ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਭੋਲੇ ਪਾਲੇ ਕਿਸਾਨ ਜਿਨ੍ਹਾਂ ਨੂੰ ਗਲਤ ਸਮਝਾ ਕੇ ਲੈ ਕੇ ਆਇਆ ਉਹ ਸਾਡੇ ਆਪਣਾ ਸਰਮਾਇਆ ਨੇ, ਉਹਨਾਂ ਤੇ ਗੋਲੀ ਨਹੀਂ ਚੱਲਣੀ ਚਾਹੀਦੀ, ਉਹਨਾਂ ਤੇ ਲਾਠੀ ਡੰਡਾ ਨਹੀਂ ਵਰਸਣਾ ਚਾਹੀਦਾ, ਇਹ ਕਿਹਾ ਸੀ ਉਹਨਾਂ ਨੇ। ਇਹ ਮੋਦੀ ਜੀ ਨੂੰ ਸਲੂਟ ਕਰਨਾ ਚਾਹੀਦਾ, ਕਿਸਾਨ ਨੂੰ ਉਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ। ਇਹ ਲੀਡਰ ਜਿਹੜੇ ਆ ਇਹਨਾਂ ਨੇ ਦੇਸ਼ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਦਾ ਸਥਾਨ ਜੇਲ੍ਹ 'ਚ ਹੋਣਾ ਚਾਹੀਦਾ ਜੋਗਿੰਦਰ ਯਾਦਵ ਵਰਗਿਆਂ ਦਾ। ਇਹ ਕੋਈ ਲੀਡਰ ਆ? ਲੋਕਾਂ ਦਾ ਨਕਾਰਿਆ ਹੋਇਆ, ਸਵਰਾਜ ਪਾਰਟੀ ਤੋਂ ਹਾਰ ਗਿਆ, ਪੋਲੀਟੀਕਲ ਬੰਦੇ ਨੂੰ ਉੱਥੇ ਉਹਨਾਂ ਨੇ ਬਿਠਾ ਲਿਆ 7 ਮੈਂਬਰੀ ਕਮੇਟੀ 'ਚ। ਹਨਨ ਮੌਲਾ ਕਮਿਊਨਿਸਟ MP ਹੈ, ਉਹਨੂੰ ਬਿਠਾ ਲਿਆ ਉੱਥੇ। ਉਗਰਾਹਾਂ ਮਾਰਕਸਿਸਟ ਲੈਨਿਸਟ ਨਾਗੀ ਰੈਡੀ ਗਰੁੱਪ ਆ, ਮਾਓਵਾਦੀ ਹੈ। ਦਰਸ਼ਨਪਾਲ ਫਾਊਂਡਰ ਮੈਂਬਰ ਆ ਮਾਓਵਾਦੀਆਂ ਦਾ। ਇਹ ਸਾਰਿਆਂ ਦੀ ਵਿਚਾਰਧਾਰਾ ਕੀ ਹੈ? ਇਹਨਾਂ ਦੀ ਵਿਚਾਰਧਾਰਾ ਦੇਸ਼ ਨੂੰ ਤੋੜਨ ਵਾਲੀ ਹੈ। ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਦੰਗੇ ਭੜਕਾਉਣਾ ਚਾਹੁੰਦੇ ਨੇ, ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਲਾਸਟ ਗਰੇਵਾਲ ਸਾਹਿਬ, ਹੁਣ ਜਿਹੜਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀਗਾ, ਫਿਰ ਕਿਵੇਂ ਲੱਗਦਾ? ਕਿਉਂਕਿ ਤੁਸੀਂ ਮੋਢੀ ਹੋ, ਜੈਨੀ ਸਾਹਿਬ ਦੀ ਗੱਲ ਕੀਤੀ ਜਾਵੇ, ਤੁਹਾਡੀ ਜੈਨੀ ਜੀ ਨਾਲ ਵੀ ਅਸੀਂ ਗੱਲ ਕਰੀ, ਉਹ ਕਹਿੰਦੇ ਕੋਸ਼ਿਸ਼ਾਂ ਦੁਬਾਰੇ ਹੋਣਗੀਆਂ। ਕੋਸ਼ਿਸ਼ ਹੋਏਗੀ ਕਿ ਦੁਬਾਰੇ ਕਰਕੇ, ਕਿਉਂਕਿ ਮਸਲਾ ਤਾਂ ਜਿਵੇਂ ਤੁਸੀਂ ਕਿਹਾ ਵੀ ਭੋਲੇ ਭਾਲੇ ਕਿਸਾਨ, ਜਿਹੜੇ ਕਿਸਾਨਾਂ ਨੂੰ ਤਾਂ ਜ਼ਮੀਨਾਂ ਦਾ ਡਰ ਹੈ ਤੇ ਨਾਲੋਂ ਨਾਲ ਪੂਰੇ ਮਸਲੇ ਉੱਥੇ ਖੜੇ ਨੇ। ਹੁਣ ਕੋਈ ਦੁਬਾਰੇ ਦੌਰ ਚੱਲੂਗਾ ਮੀਟਿੰਗਾਂ ਦਾ? ਇਸ ਤਰ੍ਹਾਂ ਐਗਰੀਕਲਚਰ ਮਿਨਿਸਟਰ ਨੇ ਕਹਿਤਾ ਸੀ ਸਾਡੇ ਨਰਿੰਦਰ ਸਿੰਘ ਤੋਮਰ ਜੀ ਨੇ ਕਿ ਭਾਈ ਅਸੀਂ ਤੁਹਾਡਾ ਸਾਰਾ ਕੁਝ ਕਰਤਾ, ਜੇ ਤੁਹਾਡੇ ਕੋਲ ਕੋਈ ਨਵੀਂ ਪ੍ਰਪੋਜ਼ਲ ਆ ਸਾਨੂੰ ਭੇਜੋ। ਇਹ ਨਹੀਂ ਕਿ ਮਰਾਂਗੇ ਜਾਂ ਜਿੱਤਾਂਗੇ, ਇੱਕ ਤਖਤੀ ਲੈ ਕੇ ਬੈਠ ਗਏ। ਉਹ ਮਰਾਂਗੇ ਜਾਂ ਜਿੱਤਾਂਗੇ ਵਾਲੇ ਨੇ ਵੀ ਲਾਲ ਕਿਲੇ ਤੇ ਜਾ ਕੇ ਕੀਤਾ, ਉਹ ਵੀ ਇਹਨਾਂ ਦਾ ਮੈਂਬਰ ਮੀਟਿੰਗਾਂ 'ਚ ਬੈਠਦਾ ਸੀ, ਠੀਕ ਹੈ। ਤੇ ਉਹਨਾਂ ਦਾ ਸਥਾਨ ਕਿੱਥੇ ਹੋਣਾ ਚਾਹੀਦਾ ਸੀ, ਉਸ ਵੇਲੇ ਰੋਕਣਾ ਚਾਹੀਦਾ ਸੀ। ਇਹ ਕੋਈ ਨਾਅਰਾ ਲਾਉਣ ਵਾਲੀ ਗੱਲ ਆ? ਇਹ ਕੋਈ ਜੈਸ ਔਰ ਨੋ ਵਾਲੀ ਗੱਲ ਸੀ? ਇਹ ਡੈਮੋਕ੍ਰੇਸੀ ਆ, ਗੱਲ ਕਰਨ ਅਸੀਂ ਆਏ ਹਾਂ ਸਰਕਾਰ ਨਾਲ। ਸਰਕਾਰ ਦਾ ਅਪਮਾਨ ਕਰ ਰਹੇ ਹਾਂ, 3 ਮਿਨਿਸਟਰ ਬੈਠੇ ਨੇ ਭਾਰਤ ਸਰਕਾਰ ਦੇ, ਉਹਨਾਂ ਦਾ ਅਪਮਾਨ ਕਰ ਰਹੇ ਹਾਂ। ਇਹ ਕੋਈ ਗੱਲਾਂ ਸੀ ਕਰਨ ਵਾਲੀਆਂ? ਤੇ ਇਹ ਜਿਹੜੇ ਤਰੀਕੇ ਇਹਨਾਂ ਨੇ ਕੀਤੇ, ਉਹ ਉਸ ਵੇਲੇ ਹੀ ਪਤਾ ਲੱਗਦਾ ਸੀ ਕਿ ਇਹਨਾਂ ਦੇ ਵਿੱਚ ਜਿਹੜੇ ਅਨਸਰ ਨੇ ਇਹ ਗਲਤ ਨੇ ਸਾਰੇ। ਤੇ ਇਸ ਲਈ ਇਹ ਸਰਕਾਰ ਨੇ ਸਾਰਾ ਕੁਝ ਕਰਤਾ। ਜੇ ਕੋਈ ਕਰਨ ਵਾਲੀ ਗੱਲ ਆ, ਪ੍ਰਪੋਜ਼ਲ ਦੇਣ ਸਰਕਾਰ ਨੂੰ, ਸਰਕਾਰ ਕਿਸੇ ਵੇਲੇ ਵੀ ਗੱਲ ਕਰਨ ਨੂੰ ਤਿਆਰ ਆ। ਗੱਲਾਂ ਇਹਨਾਂ ਦੀਆਂ ਸਾਰੀਆਂ ਮੰਨ ਲਈਆਂ। ਇਹ ਅੰਦੋਲਨ ਨੂੰ ਨਿਰਸਤ ਕਰਨ, ਇਹ ਗੱਲਾਂ ਮਨਵਾ ਕੇ ਵਾਪਸ ਆਉਣ, ਕਿਸਾਨ ਆਪਣੇ ਘਰਾਂ 'ਚ ਬੈਠਣ। ਆ ਜਿਹੜੀਆਂ 80 ਮੌਤਾਂ ਹੋਈਆਂ ਕਿਸਾਨਾਂ ਦੀਆਂ, ਉਹਦੇ ਵੀ ਇਹ ਕਿਸਾਨ ਲੀਡਰ ਜ਼ਿੰਮੇਦਾਰ ਨੇ, ਇਹਨਾਂ ਨੂੰ ਚਾਰਜ ਕਰਨਾ ਚਾਹੀਦਾ ਉਸ 'ਤੇ ਵੀ। ਤੇ ਪ੍ਰਗਟ ਸਾਹਿਬ, ਮੀਟਿੰਗ ਦੀ ਕੋਈ ਚੱਲੂਗੀ ਦੁਬਾਰੇ ਗੱਲਬਾਤ, ਜਿਹੜੀ ਮੈਂ ਤੁਹਾਨੂੰ ਪੁੱਛੀ ਵੀ ਹੁਣ ਕੋਈ ਦੁਬਾਰਾ ਕਰੋਗੇ? ਭਾਈ ਗੱਲ ਕੋਈ ਕਰਨਾ ਚਾਹਣ, ਜੇ ਕਹਿਣ ਕਾਨੂੰਨ ਰੱਦ ਕਰ ਦਿਓ। ਕਾਨੂੰਨ ਕੀ ਆ? ਹੁਣ ਆ ਕਮਰਾ ਹੈਗਾ ਜਿੱਥੇ ਬੈਠੇ ਆ, ਇਹ ਸਾਰਾ ਫਰਨੀਚਰ ਬਾਹਰ ਕੱਢ ਕੇ ਰੱਖ ਦਿਓ, ਸਭ ਸਮਾਨ ਰੱਖ ਦਿਓ, ਖਾਲੀ ਕਰ ਦਿਓ। ਕਮਰੇ ਦੀ ਜ਼ਰੂਰਤ ਤਾਂ ਦੁਬਾਰਾ ਵੀ ਪੈਣੀ ਆ, ਵਿਵਸਥਾ ਚਲਾਉਣ ਲਈ ਕਾਨੂੰਨ ਦੀ ਜ਼ਰੂਰਤ ਆ। ਉਹ ਤਾਂ ਕਮਰਾ ਖਾਲੀ ਹੈ, ਉਹਦੇ ਸਰਕਾਰ ਨੇ ਕਹਿਤਾ ਵੀ ਭਰ ਲਓ ਜੋ ਭਰਨਾ, 5 ਮੈਂਬਰ ਦੀ ਕਮੇਟੀ ਬਣਾ ਲਓ। ਉਸ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ? ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਇਹ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ, ਦੇਸ਼ ਦਾ ਅਪਮਾਨ ਕਰ ਰਹੇ ਨੇ। ਤੇ ਇਸ ਕਰਕੇ ਇਹ ਕਿਸਾਨ ਲੀਡਰਾਂ ਨੂੰ ਸੁਹਿਰਦ ਹੋਣਾ ਚਾਹੀਦਾ, ਔਰ ਇਹਨਾਂ ਨੂੰ ਆਪਣੇ ਆਪ ਨੂੰ, ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਾਲੇ, ਮਾਓਵਾਦੀਆਂ ਵਾਲੇ ਦੂਜੇ ਲੋਕ ਨੇ, ਉਹਨਾਂ ਤੋਂ ਅਲੱਗ ਥਲੱਗ ਕਰਨਾ ਚਾਹੀਦਾ। ਆਹ ਜਿਹੜੀਆਂ ਜਿਹੜੇ ਇੱਥੋਂ ਟਰੈਕਟਰ ਲੈ ਕੇ ਗਏ ਸੀ, MLA ਜਿਹੜੇ ਬਣੇ ਫਿਰਦੇ ਨੇ, ਕਦੇ ਕੋਈ ਅਕਾਲੀ ਦਲ ਦਾ, ਕੋਈ ਕਾਂਗਰਸ ਦਾ, ਕੋਈ ਆਮ ਆਦਮੀ ਦਾ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਤੀਲਾਂ ਦੀ ਡੱਬੀ ਜੇਬ 'ਚ ਪਾ ਕੇ ਚੱਲਦੇ ਆ। ਇਹਨਾਂ ਨੂੰ ਲੋਕ ਸਬਕ ਦੇਣਗੇ ਅਗਲੀ ਵਾਰ, ਤੁਸੀਂ ਦੇਖ ਲੈਣਾ।
ਪੰਜਾਬ ਦੇ ਅੰਦਰ ਵੀ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਸਬਕ ਸਿਖਾਊਗੀ। ਉਹ ਵੀ ਦੇਸ਼ ਦਾ ਅਪਮਾਨ ਸਵੀਕਾਰ ਨਹੀਂ ਕਰ ਸਕਦੇ ਕਦੇ ਵੀ, ਜੋ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੀਤਾ। ਔਰ ਅੱਜ ਵੀ ਉਸ ਨੂੰ ਜਸਟੀਫਾਈ ਕਰੀ ਜਾਂਦੇ ਆ, ਉਸ ਦੀ ਨਿੰਦਾ ਨਹੀਂ ਕਰਦੇ, ਉਸ ਦੇ ਖਿਲਾਫ ਨਹੀਂ ਬੋਲਦੇ। ਅੱਜ ਵੀ ਆਮ ਆਦਮੀ ਪਾਰਟੀ ਦੇ ਲੀਡਰ ਜਾ ਰਹੇ ਨੇ ਕੁਝ ਮਿਲਣ ਸਿੰਘੂ ਬਾਰਡਰ ਤੇ, ਆ ਮੈਸੇਜ ਆਇਆ ਹੋਣੀ ਥੋੜੇ ਟਾਈਮ ਪਹਿਲਾਂ। ਜਿੱਥੇ ਮਰਜ਼ੀ ਜਾਣ ਜੀ, ਉਹਨਾਂ ਨੇ ਦੇਸ਼ ਤੋੜਨ ਦੀ ਸਾਜ਼ਿਸ਼ ਕਰਨੀ ਆ, ਤੇ ਅਸੀਂ ਉਹਨਾਂ ਤੇ ਕੀ ਕਮੈਂਟਸ ਕਰਦੇ ਰਹੀਏ। ਉਹਨਾਂ ਨੂੰ ਲੋਕ ਸਬਕ ਦੇਣਗੇ। ਆਮ ਆਦਮੀ ਪਾਰਟੀ ਜਿਹੜੀ ਆ ਇੱਥੇ ਉਸ ਵੇਲੇ ਸੱਤਾ 'ਚ ਆਉਣ ਜਾ ਰਹੀ ਸੀ, ਆਪਣੇ ਕਰਮਾਂ ਨਾਲ ਆਪਣੇ ਉਹਨਾਂ ਨੂੰ ਲੋਕਾਂ ਨੇ ਨਕਾਰਿਆ, ਸਮਝ ਆ ਗਈ ਲੋਕਾਂ ਨੂੰ। ਹੁਣ ਲੋਕਾਂ ਨੂੰ ਹੋਰ ਸਮਝ ਆ ਗਈ। ਅਗਲੀ ਵਾਰ ਜਿਹੜੇ ਆ ਹੁਣ MLA ਨੇ ਨਾ ਇਹਨਾਂ ਦੇ, ਉਹਨਾਂ 'ਚੋਂ ਵੀ ਇੱਕ ਨਹੀਂ ਜਿੱਤਣ ਵਾਲਾ, ਤੁਸੀਂ ਦੇਖ ਲਿਓ। ਬਿਲਕੁਲ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਸਰਕਾਰ ਹਜੇ ਵੀ ਉਸੇ ਤਰ੍ਹਾਂ ਦੇ ਨਾਲ ਸੁਚੱਜਾ ਹੈ ਕਿ ਜੇ ਮਸਲੇ ਦਾ ਹੱਲ ਕਿਤੇ ਨਾ ਕਿਤੇ ਕਿਸਾਨ ਲੀਡਰ ਆ ਕੇ ਗੱਲਬਾਤ ਕਰਨ ਤਾਂ ਮਸਲੇ ਦੇ ਹੱਲ ਕਰਨ ਵਾਸਤੇ ਸਰਕਾਰ ਹਮੇਸ਼ਾ ਤਤਪਰ ਹੈ। ਨਾਲੋਂ ਨਾਲ ਜਿਹੜਾ ਪੂਰਾ 26 ਜਨਵਰੀ ਦਾ ਇਨਸੀਡੈਂਟ ਹੋਇਆ, ਉਹਦੇ ਵਿੱਚ ਉਹਨਾਂ ਦਾ ਸਭ ਤੋਂ ਤੇ ਕਹਿਣਾ ਹੈ ਕਿ ਸਰਕਾਰ ਨੇ ਆਪਦੀ ਜ਼ਿੰਮੇਵਾਰੀ ਸਮਝੀ, ਕਿਉਂਕਿ ਲੋਕਾਂ ਦੇ ਉੱਤੇ ਜੇ ਕਾਰਵਾਈ ਹੁੰਦੀ ਤਾਂ ਉਹਦਾ ਵੱਡਾ ਨੁਕਸਾਨ ਹੋ ਸਕਦਾ ਸੀ, ਉਹਨੂੰ ਅਸੀਂ ਰੋਕਿਆ। ਖੈਰ ਦੇਖਣਾ ਹੋਊਗਾ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਮੀਟਿੰਗ ਵਾਲਾ ਦੌਰ ਦੁਬਾਰੇ ਚੱਲਦਾ, ਕਿਉਂਕਿ ਜਦੋਂ 26 ਜਨਵਰੀ ਨੂੰ ਇਨਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਲਗਾਤਾਰ ਸਾਰਾ ਫੋਕਸ ਹੁਣ ਇਹੀ ਚੀਜ਼ ਨੂੰ ਲੈ ਕੇ ਹੈ ਕਿ ਅੰਦੋਲਨ ਕਿਸ ਤਰ੍ਹਾਂ ਦੇ ਨਾਲ ਚੱਲਣਾ ਹੈ, ਕਿਹੜੇ-ਕਿਹੜੇ ਲੋਕ ਦੋਸ਼ੀ ਨੇ, ਕਿਸਾਨ ਵੀ ਉਹਨਾਂ ਨੂੰ ਦੇਖ ਕੇ ਸਾਈਡ ਤੇ ਕਰ ਰਹੇ ਨੇ। ਪਰ ਹੁਣ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਕਦੋਂ ਸ਼ੁਰੂ ਹੋਏਗਾ ਤਾਂ ਸਰਕਾਰ ਤਿਆਰ ਹੈ, ਤੇ ਦੂਜੇ ਪਾਸੇ ਕਹਿਣਾ ਹੈ ਕਿ ਕਿਸਾਨ ਜਦੋਂ ਵੀ ਆਉਣਗੇ ਅਸੀਂ ਗੱਲਬਾਤ ਦੁਬਾਰੇ ਫੇਰ ਸ਼ੁਰੂ ਕਰਾਂਗੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।